ਵਾਹਿਗੁਰੂ ਸਾਹਿਬ ਜੀਓ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ, ਆਪਣੇ ਭਾਣੇ ਜੋ ਚੱਲੈ ਭਾਈ, ਵਿਛੁੜ ਚੋਟਾ ਖਾਵੈ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੇਹੁ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੇਹੁ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਆਥ ਤਨਖਾਹ ਨਾਮ ਹੈ ਲਿਖਿਅਤੇ, ਪ੍ਰਸ਼ਨ ਕਰਨਾ ਨੰਦ ਲਾਲ ਕਾ। ਵਾਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੇ। ਦੋਹਰਾ ਪ੍ਰਸ਼ਨ ਕੀਓ ਨੰਦ ਲਾਲ, ਗੁਰੂ ਬਤਾਈਐ ਮੋਹਿ। ਕਵਨ ਕਰਮ ਇਨ ਜੋਗ ਹੈ, ਕਵਨ ਕਰਮ ਨਹੀਂ ਸੋਹੇ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਆਥ ਤਨਖਾਹ ਨਾਮ ਹੈ ਲਿਖਿਅਤੇ, ਪ੍ਰਸ਼ਨ ਕਰਨਾ ਨੰਦ ਲਾਲ ਕਾ। ਵਾਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੇ। ਦੋਹਰਾ ਪ੍ਰਸ਼ਨ ਕੀਓ ਨੰਦ ਲਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਦੀਨ ਦੁਨੀਆ ਦੇ ਮਾਲਕ, ਰਹਿਬਰੇ ਕਾਇਨਾਤ, ਅੰਮ੍ਰਿਤ ਦੇ ਮੁਜੱਸਮੇ, ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ, ਸੰਧਿਆ ਵੇਲੇ ਦੇ ਦੀਵਾਨਾਂ ਦੇ ਅੰਦਰ ਜੁੜ ਮਿਲ ਬੈਠ ਕਰਕੇ ਆਪਣੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲ ਕਰਨ ਦਾ ਜਿਹੜਾ ਯਤਨ ਹੈ, ਆਪਾਂ ਗੁਰਸਿੱਖ ਰਲ ਮਿਲ ਕੇ ਕਰ ਰਹੇ ਹਾਂ। ਸਤਿਗੁਰੂ ਸਾਹਿਬਾਨ ਜੀ ਦੀ ਬਖਸ਼ਿਸ਼ ਨੂੰ ਪ੍ਰਾਪਤ ਕਰਦਿਆਂ ਹੋਇਆਂ ਜੋ ਪਾਵਨ ਭਾਈ ਨੰਦ ਲਾਲ ਸਾਹਿਬ ਜੀ ਦਾ ਤਨਖਾਹਨਾਮਾ ਗ੍ਰੰਥ, ਜੋ ਕੱਲ੍ਹ ਰੋਜ਼ ਤੋਂ ਪ੍ਰਾਰੰਭ ਕੀਤਾ ਹੋਇਆ ਹੈ,
ਜਿਸ ਦੇ ਅੰਦਰ ਆਪਾਂ ਸੂਖਸ਼ਮ ਰੂਪ ਦੇ ਅੰਦਰ ਭਾਈ ਨੰਦ ਲਾਲ ਜੀ ਦਾ ਜੋ ਪਾਵਨ ਇਤਿਹਾਸ ਸ਼ਰਵਣ ਕੀਤਾ ਸੀ ਕਿ ਉਹ ਕਿਵੇਂ ਸਤਿਗੁਰਾਂ ਦੇ ਪਾਸ ਹਾਜ਼ਰ ਹੋਏ, ਸਤਿਗੁਰਾਂ ਦੇ ਪਾਸ ਰਹਿੰਦਿਆਂ ਹੋਇਆਂ ਹੀ ਜਦੋਂ ਭਗਤੀ ਅਤੇ ਸ਼ਕਤੀ ਸੇਵਾ ਸਿਮਰਨ ਦੇ ਵਿੱਚ ਆਪ ਜੀ ਦਾ ਮਨ ਟਿਕਣਾ ਸ਼ੁਰੂ ਹੋਇਆ, ਤਾਂ ਉਸ ਵੇਲੇ ਭਾਈ ਨੰਦ ਲਾਲ ਸਾਹਿਬ ਜੀ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ ਕਿ ਸਤਿਗੁਰੂ ਜੀਓ, ਮੈਨੂੰ ਜਿਹੜੀ ਗੁਰਮਤਿ ਦੀ ਦਾਤ ਹੈ, ਗੁਰਸਿੱਖੀ ਦੀ ਜਿਹੜੀ ਦਾਤ ਹੈ, ਪਾਵਨ ਅੰਮ੍ਰਿਤ ਦੀ ਪਾਹੁਲ ਦੀ ਜਿਹੜੀ ਦਾਤ ਹੈ ਉਹ ਬਖਸ਼ਣਾ ਕਰੋ। ਇੱਕ ਦੋ ਵਾਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਨਾ ਕਰਨ ਤੋਂ ਬਾਅਦ ਸਤਿਗੁਰਾਂ ਨੇ ਆਖਿਆ ਕਿ ਤੁਸੀਂ ਆਪਣਾ ਜਿਹੜਾ ਧਰਮ ਹੈ ਉਸ ਨੂੰ ਕਮਾਵੋ। ਪਰ ਭਾਈ ਨੰਦ ਲਾਲ ਸਾਹਿਬ ਜੀ ਨੇ ਬਹੁਤਾ ਹੱਠ ਕਰਨ, ਬਹੁਤਾ ਪ੍ਰੇਮ ਪੂਰਵਕ ਬੇਨਤੀ ਕਰਨ ਤੋਂ ਬਾਅਦ ਸਤਿਗੁਰਾਂ ਨੇ ਭਾਈ ਨੰਦ ਲਾਲ ਜੀ ਨੂੰ ਪਾਵਨ ਅੰਮ੍ਰਿਤ ਦੀ ਜਿਹੜੀ ਦਾਤ ਹੈ ਉਹ ਬਖਸ਼ਣਾ ਕੀਤੀ, ਜਿਸ ਦਾ ਜ਼ਿਕਰ ਸੰਤ ਬਾਬਾ ਗੁਰਬਚਨ ਸਿੰਘ ਜੀ ਮਹਾਂਪੁਰਖਾਂ ਨੇ ਵੀ ਗੁਰਮੁਖ ਪ੍ਰਕਾਸ਼ ਦੇ ਅੰਦਰ ਕੀਤਾ ਹੈ ਕਿ ਭਾਈ ਨੰਦ ਲਾਲ ਅੰਮ੍ਰਿਤ ਜਬ ਪਾਨ ਕੀਆ, ਆਨੰਦ ਸਿੰਘ ਭਇਓ ਸੁਧਾ ਨਾਮ ਇਹੋ ਰਖਾਇਆ। ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਸਤਿਗੁਰਾਂ ਨੇ ਜਦੋਂ ਭਾਈ ਨੰਦ ਲਾਲ ਸਾਹਿਬ ਜੀ ਨੇ ਅੰਮ੍ਰਿਤ ਦੀ ਪਾਹੁਲ ਛਕੀ, ਤਦੋਂ ਉਹਨਾਂ ਦਾ ਭਾਈ ਨੰਦ ਲਾਲ ਤੋਂ ਜਿਹੜਾ ਨਾਮ ਸੀ ਉਸ ਨੂੰ ਹਟਾ ਕਰਕੇ ਭਾਈ ਆਨੰਦ ਸਿੰਘ ਰੱਖ ਦਿੱਤਾ। ਪਰ ਆਮ ਪੰਥ ਦੇ ਅੰਦਰ ਭਾਈ ਨੰਦ ਲਾਲ ਕਰਕੇ ਹੀ ਪ੍ਰਸਿੱਧ ਰਿਹਾ। ਜਿਵੇਂ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਬੰਸ਼ ਦੇ ਅੰਦਰ ਮਹਾਨ ਤਤ ਬੇਤੇ, ਮਹਾਨ ਬ੍ਰਹਮ ਗਿਆਨੀ ਮਹਾਂਪੁਰਖ ਬਾਬਾ ਰਾਮ ਕੋਇਰ ਜੀ ਹੋਏ ਆ। ਉਹਨਾਂ ਦਾ ਨਾਮ ਭਾਵੇਂ ਅੰਮ੍ਰਿਤ ਛਕਣ ਤੋਂ ਬਾਅਦ ਭਾਈ ਗੁਰਬਖਸ਼ ਜੀ ਕਰਕੇ ਪੈ ਗਿਆ ਸੀ, ਪਰ ਫਿਰ ਵੀ ਸਿੱਖ ਪੰਥ ਦੇ ਅੰਦਰ ਉਹਨਾਂ ਦਾ ਜਿਹੜਾ ਨਾਮ ਹੈ ਭਾਈ ਰਾਮ ਕੋਇਰ ਜੀ ਕਰਕੇ ਹੀ ਪ੍ਰਸਿੱਧ ਚੱਲਦਾ ਆ ਰਿਹਾ ਹੈ। ਸੋ ਇਸ ਪ੍ਰਕਾਰ ਅੰਮ੍ਰਿਤ ਦੀ ਪਾਵਨ ਪਾਹੁਲ ਛਕਣ ਤੋਂ ਬਾਅਦ ਆਪ ਜੀ ਨੇ ਜਿਹੜਾ ਪਾਵਨ ਅੰਮ੍ਰਿਤ ਬਾਣੀਆਂ ਦਾ ਜਿਹੜਾ ਅਸਲੀ ਰੂਪ ਗੁਰਮਤਿ ਦੇ ਧਾਰਨੀ ਹੋਏ, ਉਹਨਾਂ ਦਾ ਜਿਹੜਾ ਇਹ ਪਾਵਨ ਗ੍ਰੰਥ ਆਪਾਂ ਕੱਲ੍ਹ ਰੋਜ਼ ਤੋਂ ਪ੍ਰਾਰੰਭ ਕੀਤਾ ਹੈ। ਇਹ ਜਿਹੜਾ ਗ੍ਰੰਥ ਹੈ, ਇਸ ਦੀ ਜਿਹੜੀ ਵਿਚਾਰ ਹੈ, ਸਾਨੂੰ ਵਿਦਵਾਨ ਪੁਰਸ਼ ਇਹ ਦੱਸਦੇ ਹਨ ਕਿ ਇੱਕ ਵਾਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਸ ਭਾਈ ਨੰਦ ਲਾਲ ਜੀ ਨੇ ਬੇਨਤੀ ਪੂਰਵਕ ਬਚਨ ਆਖੇ ਕਿ ਸਤਿਗੁਰੂ ਜੀਓ, ਆਪ ਜੀ ਨੇ ਜਿਹੜਾ ਖਾਲਸਾ ਪੈਦਾ ਕੀਤਾ ਹੈ, ਉਸ ਦੀ ਧਰਮ ਦੇ ਅਨੁਸਾਰ ਜਿਹੜਾ ਧਰਮ ਦੰਡ ਹੈ, ਧਰਮ ਦੇ ਅਨੁਸਾਰ ਜਿਹੜਾ ਤਨਖਾਹ ਲਾਉਣ ਦੀ ਜਿਹੜੀ ਪ੍ਰਕਿਰਿਆ ਹੈ ਉਹ ਕੀ ਹੈ, ਜਾਂ ਖਾਲਸੇ ਦੇ ਲਈ ਮੁੱਖ ਰੂਪ ਦੇ ਅੰਦਰ ਕਿਹੜੇ ਕਰਮ ਹਨ ਜਿਹੜੇ ਉਹਨਾਂ ਨੂੰ ਕਰਨ ਯੋਗ ਹਨ। ਇਸ ਗੱਲ ਦੀ ਵਿਚਾਰ ਪੁੱਛਣ ਦੇ ਲਈ ਸਤਿਗੁਰਾਂ ਨੂੰ ਭਾਈ ਨੰਦ ਲਾਲ ਜੀ ਨੇ ਬੇਨਤੀ ਕੀਤੀ। ਉਸ ਦੇ ਜਿਵੇਂ ਸਤਿਗੁਰੂ ਜੀ ਅੱਗੇ ਪਾਵਨ ਬਚਨ ਉਚਾਰ ਰਹੇ ਹਨ, ਜਿਵੇਂ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਚਨ ਉਚਾਰੇ, ਭਾਵਨਾ ਦੇ ਸਹਿਤ ਭਾਈ ਨੰਦ ਲਾਲ ਸਾਹਿਬ ਨੇ ਇਸ ਤਨਖਾਹਨਾਮੇ ਗ੍ਰੰਥ ਦੇ ਅੰਦਰ ਲਿਖਣਾ ਕੀਤੇ ਹਨ। ਉਹ ਜਿਵੇਂ ਵੀ ਬਚਨ ਆ ਰਹੇ ਹਨ, ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸ਼ਰਧਾ ਭਾਵਨਾ ਦੇ ਸਹਿਤ ਸ਼ਰਵਣ ਕਰਨਾ ਕਰੀਏ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਤਿਗੁਰੂ ਸਾਹਿਬਾਨ ਜੀ ਪਹਿਲਾਂ ਜਿਹੜਾ ਮੰਗਲ ਹੈ ਉਹ ਉਚਾਰਨ ਕਰਦੇ ਹਨ ਕਿ ਉਹ ਵਾਹਿਗੁਰੂ ਇੱਕ ਅਦੁੱਤੀ ਸਰੂਪ ਹੈ, ਓੰਕਾਰ ਸਭ ਦਾ ਪ੍ਰਕਾਸ਼ਕ ਹੈ। ਉਚਾਰਨ ਕਰਨ ਮਾਤਰ ਰੱਖਿਆ ਕਰਨ ਵਾਲਾ ਉਹ ਵਾਹਿਗੁਰੂ ਹੈ।
ਐਸੇ ਵਾਹਿਗੁਰੂ ਦੀ ਜਿਹੜੀ ਪ੍ਰਾਪਤੀ ਹੈ ਸਤਿਗੁਰਾਂ ਦੀ ਪ੍ਰਸਾਦ ਮਹਿਨੇ ਕਿਰਪਾ ਦੇ ਨਾਲ ਹੋਣਾ ਕਰਦੀ ਹੈ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਬਚਨ ਉਚਾਰ ਰਹੇ ਹਨ, ਇਹ ਦਸਮ ਬਾਣੀ ਦਾ ਮੰਗਲ ਹੈ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜੋ ਸ੍ਰੀ ਸੋਭਾ ਵਾਲਾ ਜਾਂ ਸ੍ਰੀ ਦਾ ਅਰਥ ਸ਼੍ਰੋਮਣੀ ਹੁੰਦਾ ਹੈ, ਐਸਾ ਜੋ ਵਾਹਿਗੁਰੂ ਹੈ, ਉਸ ਦੇ ਨਾਮ ਨੂੰ ਜਿਹੜਾ ਵੀ ਜਪੇਗਾ, ਜਿਹੜਾ ਵੀ ਉਸ ਵਾਹਿਗੁਰੂ ਦੀਆਂ ਬਖਸ਼ਿਸ਼ਾਂ ਨੂੰ ਪ੍ਰਾਪਤ ਕਰੇਗਾ, ਉਸ ਦੀ ਲੋਕ ਪਰਲੋਕ ਦੇ ਅੰਦਰ ਫਤਿਹ ਹੋਵੇਗੀ। ਭਾਵ ਉਹ ਜੀਵਨ ਮੁਕਤ ਗਿਆਨੀ ਹੋ ਕਰਕੇ ਇਸ ਕਾਮ ਕ੍ਰੋਧ ਲੋਭ ਰੂਪੀ ਇਹ ਜਿਹੜੇ 5 ਵਿਕਾਰਾਂ ਦੀ ਜੰਗ ਹੈ, ਇਸ ਦੇ ਉੱਪਰ ਫਤਿਹ ਪਾ ਕਰਕੇ ਇਹ ਆਪਣਾ ਜਿਹੜਾ ਜੀਵਨ ਹੈ ਸਫਲ ਕਰਕੇ ਜਾਣਾ ਕਰੇਗਾ। ਆਥ ਤਨਖਾਹ ਨਾਮ ਹੈ ਲਿਖਿਆ ਤੇ। ਭਾਈ ਨੰਦ ਲਾਲ ਸਾਹਿਬ ਜੀ ਆਖਦੇ ਹਨ ਕਿ ਹੁਣ ਅਸੀਂ ਮੰਗਲਾਂ ਤੋਂ ਬਾਅਦ ਇਹ ਜਿਹੜਾ ਪਾਵਨ ਗ੍ਰੰਥ ਤਨਖਾਹ ਨਾਮਾ ਹੈ, ਇਸ ਨੂੰ ਅਸੀਂ ਲਿਖਣਾ ਕਰਦੇ ਹਾਂ, ਇਸ ਦੀ ਸ਼ੁਰੂਆਤ ਕਰਦੇ ਹਾਂ। ਪ੍ਰਸ਼ਨ ਕਰਨਾ ਨੰਦ ਲਾਲ ਕਾ। ਇਸ ਦੇ ਅੰਦਰ ਸਤਿਗੁਰੂ ਜੀ ਨੇ ਇਹ ਗੱਲ ਦੀ ਦ੍ਰਿਸ਼ਟੀਕੋਣ ਸਮਝਾਈ ਹੈ ਤੇ ਭਾਈ ਨੰਦ ਲਾਲ ਸਾਹਿਬ ਜੀ ਨੇ ਲਿਖਣਾ ਕੀਤਾ ਹੈ ਕਿ ਇਸ ਦੇ ਅੰਦਰ ਪ੍ਰੇਮ ਸ਼ਰਧਾ ਭਾਵਨਾ ਦੇ ਨਾਲ ਭਾਈ ਨੰਦ ਲਾਲ ਸਾਹਿਬ ਜੀ ਜਿਹੜੇ ਪ੍ਰਸ਼ਨ ਹਨ ਉਹਨਾਂ ਨੂੰ ਕਰਨਾ ਕਰਨਗੇ। ਵਾਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੇ। ਤੇ ਉਹਨਾਂ ਦੇ ਜਿਹੜੇ ਉੱਤਰ ਰੂਪ ਦੇ ਵਿੱਚ ਵਾਕ ਹੋਣਗੇ, ਜਿਹੜੇ ਉਹਨਾਂ ਦੇ ਜਵਾਬ ਹੋਣਗੇ, ਉਹ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮੁਖਾਰ ਬਿੰਦ ਦੇ ਜਿਹੜੇ ਉੱਤਰ ਨੇ, ਜਵਾਬ ਨੇ, ਉਹ ਜਿਹੜੇ ਪਾਵਨ ਬਚਨ ਨੇ ਉਹ ਹੋਵਣਗੇ। ਦੋਹਰਾ ਪ੍ਰਸ਼ਨ ਕੀਓ ਨੰਦ ਲਾਲ ਗੁਰੂ ਬਤਾਈਐ ਮੋਹੇ। ਸਤਿਗੁਰੂ ਜੀ ਨੇ ਜਿਵੇਂ ਭਾਵਨਾ ਦੇ ਨਾਲ ਭਾਈ ਨੰਦ ਲਾਲ ਸਾਹਿਬ ਜੀ ਲਿਖਣਾ ਕਰ ਰਹੇ ਹਨ ਕਿ ਪ੍ਰਸ਼ਨ ਕੀਓ ਨੰਦ ਲਾਲ। ਭਾਈ ਨੰਦ ਲਾਲ ਸਾਹਿਬ ਜੀ ਨੇ ਜਿਵੇਂ ਜਿਵੇਂ ਭਾਵਨਾ ਦੇ ਸਹਿਤ ਪ੍ਰਸ਼ਨ ਕਰਨਾ ਕੀਤਾ, ਕੀ ਪ੍ਰਸ਼ਨ ਕੀਤਾ? ਗੁਰੂ ਬਤਾਈਐ ਮੋਹੇ। ਗੁਰੂ ਜੀ ਮੈਨੂੰ ਜਿਹੜਾ ਗੁਰ ਹੈ, ਗਿਆਨ ਹੈ, ਸਿੱਖਿਆ ਹੈ, ਉਹ ਮੇਰੇ ਤਾਈਂ ਦੱਸਣਾ ਕਰੋ। ਸਤਿਗੁਰਾਂ ਨੂੰ ਜਦੋਂ ਅਸੀਂ ਪਾਵਨ ਬਾਣੀ ਨੂੰ ਪੜ੍ਹ ਕੇ ਵੇਖਦੇ ਹਾਂ ਤੇ ਸਾਨੂੰ ਪਾਵਨ ਬਾਣੀ ਦੇ ਵਿੱਚੋਂ ਵੀ ਐਸੇ ਬੇਅੰਤ ਪ੍ਰਮਾਣ ਮਿਲਦੇ ਹਨ ਜਿਹੜੇ ਸਾਨੂੰ ਇਹ ਸਮਝਾਉਂਦੇ ਹਨ ਕਿ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਸਿੱਖਾਂ ਦਾ ਗੁਰੂ ਤੋਂ ਪਰੇ ਕੋਈ ਹੋਰ ਐਸਾ ਮਨੁੱਖ, ਐਸਾ ਕੋਈ ਰਹਿਬਰ, ਐਸਾ ਕੋਈ ਗਿਆਨ ਦੇਣ ਵਾਲਾ ਨਹੀਂ ਹੈ ਜਿਹੜਾ ਸਾਨੂੰ ਆਤਮਿਕ ਤੌਰ ਤੇ ਸਾਡਾ ਜੀਵਨ ਉੱਚਾ ਚੱਕ ਸਕੇ। ਸੋ ਇਸ ਲਈ ਪਾਵਨ ਬਾਣੀ ਦੇ ਵਿੱਚੋਂ ਸਾਨੂੰ ਪ੍ਰਮਾਣ ਮਿਲਦੇ ਹਨ ਕਿ ਭੂਲੇ ਮਾਰਗ ਜਿਨਹਿ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਕਿ ਐਸੇ ਜਿਹੜੇ ਗੁਰ ਨੇ ਵੱਡਿਆਂ ਭਾਗਾਂ ਦੇ ਨਾਲ ਸਾਨੂੰ ਪ੍ਰਾਪਤ ਹੁੰਦੇ ਆ, ਜਿਨ੍ਹਾਂ ਦੇ ਕੋਲੋਂ ਅਸੀਂ ਜੀਵਨ ਦੀ ਜਾਂਚ ਸਿੱਖ ਸਕਦੇ ਹਾਂ। ਉਸੇ ਰੀਤੀ ਨੂੰ ਵਧਾਉਂਦਿਆਂ ਹੋਇਆਂ ਭਾਈ ਨੰਦ ਲਾਲ ਸਾਹਿਬ ਨੇ, ਕਿਉਂਕਿ ਭਾਈ ਨੰਦ ਲਾਲ ਸਾਹਿਬ ਆਪ ਬੜੇ ਅਰਬੀ ਫਾਰਸੀ ਦੇ ਵਿਦਵਾਨ ਸਨ। ਸਮੇਂ-ਸਮੇਂ ਦੇ ਅਨੁਸਾਰ ਜਿਹੜੀ ਦੀਵਾਨ ਦੀ ਜਿਹੜੀ ਔਰ ਇਸੇ ਪ੍ਰਕਾਰ ਉੱਚ ਪਦਵੀਆਂ ਤੇ ਰਹਿ ਕਰਕੇ ਨੌਕਰੀ ਕੀਤੀ ਸੀ, ਬੜੇ ਰੌਸ਼ਨ ਦਿਮਾਗ ਵਾਲੇ ਸਨ। ਉਹ ਜੇ ਸੋਚਦੇ ਤੇ ਆਪਣੇ ਅਨੁਸਾਰ ਵੀ ਇਹ ਜਿਹੜੀ ਸਿੱਖਿਆ ਹੈ, ਰਹਿਤ ਹੈ, ਤਨਖਾਹ ਹੈ, ਇਸ ਨੂੰ ਲਿਖ ਸਕਦੇ ਸਨ। ਪਰ ਉਹਨਾਂ ਨੇ ਸਤਿਗੁਰੂ ਦੀ ਜੋ ਪਾਵਨ ਗੁਰਬਾਣੀ ਦੇ ਵਿੱਚ ਚਲਾਈ ਹੋਈ ਰੀਤੀ ਹੈ, ਉਸ ਨੂੰ ਤੋੜਦਿਆਂ ਹੋਇਆਂ, ਉਸ ਨੂੰ ਨਿਭਾਉਂਦਿਆਂ ਹੋਇਆਂ ਇਹ ਗੱਲ ਦੀ ਪ੍ਰੌੜਤਾ ਕੀਤੀ ਹੈ ਕਿ ਗੁਰ ਕਹਿਆ ਸਾ ਕਾਰ ਕਮਾਵਹੁ, ਸ਼ਬਦ ਚੀਨ ਸਹਿਜ ਕਰ ਆਵਹੁ। ਕਿ ਜੋ ਗੁਰੂ ਨੇ ਕਿਹਾ ਹੈ ਉਹ ਗੁਰ ਧਾਰਨ ਕਰਕੇ ਉਹ ਕਾਰ ਨੂੰ ਕਮਾਉਣਾ, ਇਸ ਦੇ ਨਾਲ ਸ਼ਬਦ ਨੂੰ ਪਹਿਚਾਨ ਕਰਕੇ, ਕਮਾਈ ਕਰਕੇ
ਆਪਣਾ ਜਿਹੜਾ ਸਹਿਜ ਨਿਜ ਘਰ ਹੈ ਉਸ ਦੇ ਵਿੱਚ ਆਉਣਾ ਕਰੋ। ਕਿਉਂਕਿ ਜਦੋਂ ਅਸੀਂ ਹੋਰ ਗ੍ਰੰਥਾਂ ਨੂੰ ਪੜ੍ਹ ਕੇ ਸੁਣ ਕੇ ਵੇਖਦੇ ਹਾਂ, ਇੱਕ ਵਿਦਾਂਤ ਮਤ ਦੇ ਅੰਦਰ ਇੱਕ ਗ੍ਰੰਥ ਹੈ ਸਾਰ ਕੁਤਾਵਲੀ। ਉਸ ਸਾਰ ਕੁਤਾਵਲੀ ਦੇ ਅੰਦਰ ਵੀ ਬਚਨ ਆਉਂਦੇ ਨੇ ਕਿ ਜਦੋਂ ਵੀ ਕੋਈ ਸਿੱਖਿਆ ਲੈਣੀ ਹੋਵੇ, ਚਾਹੇ ਸਿੱਖ ਵਿਦਿਆਰਥੀ ਜਿੰਨਾ ਮਰਜ਼ੀ ਉਸਤਾਦ ਬਣ ਜਾਵੇ, ਜਿੰਨਾ ਮਰਜ਼ੀ ਸਿਆਣਾ ਹੋ ਜਾਵੇ, ਪਰ ਫਿਰ ਵੀ ਸਾਰ ਕੁਤਾਵਲੀ ਦੇ ਕਰਤਾ ਇਹ ਗੱਲ ਲਿਖਦੇ ਹਨ ਕਿ ਪੁੱਛੈ ਗੁਰ ਤੇ ਸੁਭ ਸਿੱਖ ਜਦਪ। ਉਸ ਤਾਈਂ ਇਹ ਖਿਆਲ ਰੱਖਣਾ ਜ਼ਰੂਰੀ ਹੈ ਕਿ ਪੁੱਛੈ ਗੁਰ ਤੇ ਸੁਭ ਸਿੱਖ ਤਦਪ। ਉਦੋਂ ਤੱਕ ਇੱਕ ਸਿੱਖ, ਇੱਕ ਵਿਦਿਆਰਥੀ ਆਪਣੇ ਗੁਰੂ ਦੇ ਕੋਲੋਂ ਪੁੱਛਦਾ ਰਵੇ, ਗਿਆਨਵਾਨ ਹੋਵੇ ਨਿਜ ਯਦਪ। ਭਾਵੇਂ ਆਪ ਕਿੰਨਾ ਵੀ ਗਿਆਨਵਾਨ ਹੋ ਜਾਵੇ, ਫਿਰ ਵੀ ਆਪਣੇ ਗੁਰੂ, ਆਪਣੇ ਉਸਤਾਦ, ਆਪਣੇ ਵੱਡਿਆਂ ਤੋਂ ਪੁੱਛਦਾ ਰਵੇ। ਗੁਰ ਨਿਸ਼ਚੈ ਯੁਤ ਬਚਨ ਧਰੇ ਜਬ, ਦੇਹ ਸਿੱਖ ਕੋ ਪਰਮ ਸ਼ਾਂਤ ਤਬ। ਕਿ ਜਦੋਂ ਉਹ ਸਿੱਖਿਆ ਦੇ ਸਹਿਤ ਜਿਹੜੇ ਬਚਨ ਜਦੋਂ ਗੁਰੂ ਧਾਰਨ ਕਰਦਾ ਹੈ, ਗੁਰੂ ਸੁਣਾਉਣਾ ਕਰਦਾ ਹੈ, ਉਹਨਾਂ ਦੀ ਪਾਵਨ ਸਿੱਖਿਆ ਦੇ ਨਾਲ ਜਿਹੜੀ ਸਿੱਖ ਨੂੰ ਮਨ ਦੇ ਵਿੱਚ ਸ਼ਾਂਤੀ ਪ੍ਰਾਪਤ ਹੁੰਦੀ ਆ। ਭਾਵ ਇਸ ਦਾ ਇਹ ਹੈ ਦੱਸਣ ਦਾ ਕਿ ਹੋਰ ਗ੍ਰੰਥਾਂ ਦੀ ਵੀ ਇਹੋ ਰੀਤੀ ਹੈ ਕਿ ਜਦੋਂ ਵੀ ਕੋਈ ਸਿੱਖਿਆ ਲੈਣੀ ਹੋਵੇ, ਤਦੋਂ ਆਪਣੀ ਜਿਹੜੀ ਸਿਆਣਪ ਛੱਡ ਕਰਕੇ ਗੁਰੂ ਦੇ ਅੰਤਰਮੁਖ ਹੋ ਕਰਕੇ ਗੁਰੂ ਦੇ ਕੋਲੋਂ ਸਿੱਖਿਆ ਲੈਣੀ। ਇਸੇ ਗ੍ਰੰਥ ਦੇ ਅੰਦਰ ਹੀ ਇੱਕ ਜਗ੍ਹਾ ਹੋਰ ਬਚਨ ਆਉਂਦੇ ਨੇ ਕਿ ਤਜ ਗੁਰ ਮੰਤਰ ਦ੍ਰਿਦਰ ਹੋਇ, ਗੁਰ ਹੈ ਅਵਗਿਆ ਘਾਤ। ਕਿ ਜਿਹੜਾ ਗੁਰੂ ਦਾ ਮੰਤਰ ਤਿਆਗ ਦਿੰਦਾ ਹੈ, ਛੱਡ ਦਿੰਦਾ ਹੈ, ਉਹ ਦਲਿਦਰੀ ਹੋ ਜਾਂਦਾ ਹੈ। ਉਸ ਦਾ ਜੀਵਨ ਕੋਈ ਵਧੀਆ ਨਹੀਂ ਰਹਿੰਦਾ। ਉਹ ਦਲਿਦਰੀ ਹੋ ਕਰਕੇ ਮਾੜੇ ਕੰਮਾਂ ਦੇ ਵਿੱਚ ਪੈ ਕਰਕੇ ਆਪਣਾ ਜੀਵਨ ਜਿਉਂਦਾ ਹੈ। ਤੇ ਗੁਰ ਹੈ ਅਵਗਿਆ ਘਾਤ। ਤੇ ਗੁਰੂ ਦੀ ਜਿਹੜੀ ਗੱਲ ਮੋੜਨੀ, ਅਸੰਖ ਗੱਲ ਵੱਢ ਹੱਤਿਆ ਕਮਾਹੇ। ਗੁਰੂਆਂ ਦੀ, ਵੱਡਿਆਂ ਦੀ ਜਿਹੜੀ ਗੱਲ ਹੈ ਉਸ ਨੂੰ ਵੱਢ ਕਰਕੇ ਐਸੀ ਜਿਹੜੀ ਅਵਗਿਆ ਕਰਨੀ, ਇਹ ਵੀ ਗੁਰੂ ਨੂੰ ਮਾਰਨ ਦੇ ਬਰਾਬਰ ਹੈ। ਤਿਆਗ ਦੇਤ ਗੁਰ ਮੰਤਰ ਜੋ, ਸਿੱਧ ਵੀ ਨਰਕੇ ਜਾਤ। ਜਿਹੜਾ ਗੁਰੂ ਦੇ ਮੰਤਰ ਨੂੰ ਛੱਡ ਦੇਣਾ ਕਰਦਾ ਹੈ, ਐਸਾ ਜਿਹੜਾ ਸਿੱਖ ਹੈ ਉਹ ਸਿੱਧਾ ਹੀ ਬਿਨਾਂ ਕਿਸੇ ਰੁਕਾਵਟ ਤੋਂ, ਉਸ ਦੀ ਕੋਈ ਦਲੀਲ ਅਪੀਲ ਨਹੀਂ ਚੱਲਦੀ, ਉਹ ਨਰਕਾਂ ਨੂੰ ਜਾਂਦਾ ਹੈ। ਸੋ ਇਸ ਪ੍ਰਕਾਰ ਉਸ ਰੀਤੀ ਨੂੰ ਨਿਭਾਉਂਦਿਆਂ ਹੋਇਆਂ ਕਿਸ ਹੋ ਸੇਵੀ ਕਿਆ ਜਪ ਕਰੀ, ਸਤਿਗੁਰ ਪੁੱਛੋ ਜਾਏ। ਕਿ ਅਸੀਂ ਕਿਸ ਦੀ ਸੇਵਾ ਕਰਨੀ ਹੈ, ਕਿਹੜਾ ਜਪ ਕਰਨਾ ਹੈ, ਇਸ ਨੂੰ ਗੁਰੂ ਦੇ ਕੋਲੋਂ ਪੁੱਛਣਾ ਹੈ। ਸਤਿਗੁਰ ਕਾ ਭਾਣਾ ਮੰਨ ਲਈ, ਵਿੱਚੋਂ ਆਪ ਗਵਾਏ। ਸਤਿਗੁਰੂ ਦਾ ਭਾਣਾ ਮੰਨ ਕੇ ਆਪਣੀ ਜਿਹੜੀ ਹਉਮੈ ਹੰਕਾਰ ਹੈ, ਇਸ ਨੂੰ ਮਿਟਣਾ। ਉਸ ਪਾਵਨ ਗੁਰਬਾਣੀ ਦੀ ਰੀਤੀ ਨੂੰ ਬਰਕਰਾਰ ਰੱਖਦਿਆਂ ਹੋਇਆਂ ਭਾਈ ਨੰਦ ਲਾਲ ਸਾਹਿਬ ਜੀ ਨੇ ਪ੍ਰਸ਼ਨ ਕੀਓ ਨੰਦ ਲਾਲ, ਗੁਰੂ ਬਤਾਈਐ ਮੋਹੇ। ਕਿ ਜਿਵੇਂ ਪਾਵਨ ਗੁਰਬਾਣੀ ਦੇ ਵਿੱਚ ਸਾਨੂੰ ਦਰਸਾਇਆ ਗਿਆ ਹੈ, ਉਸੇ ਪ੍ਰਕਾਰ ਹੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਓ ਮੇਰੇ ਤਾਈਂ ਜਿਹੜੀ ਪਾਵਨ ਸਿੱਖਿਆ ਹੈ ਉਹ ਦੱਸਣਾ ਕਰੋ। ਕਵਨ ਕਰਮ ਇਨ ਜੋਗ ਹੈ, ਕਵਨ ਕਰਮ ਨਹੀਂ ਸੋਹੇ। ਸਤਿਗੁਰਾਂ ਨੂੰ ਬੇਨਤੀ ਕੀਤੀ ਕਿ ਸਤਿਗੁਰੂ ਜੀਓ ਦੱਸਣਾ ਕਰੋ, ਇਸ ਸਿੱਖ ਧਰਮ ਦੇ ਅੰਦਰ ਗੁਰਸਿੱਖਾਂ ਦੇ ਲਈ ਕਿਹੜਾ ਕਰਮ ਕਰਨਾ ਯੋਗ ਹੈ ਤੇ ਕਿਹੜਾ ਕਰਮ ਕਰਨਾ ਨਹੀਂ ਯੋਗ। ਜਿਸ ਲਈ ਗੁਰਸਿੱਖਾਂ ਨੂੰ ਪ੍ਰੇਰਿਆ ਗਿਆ ਹੈ, ਉਹ ਵੀ ਕਰਮ ਮੇਰੇ ਤਾਈਂ ਸਮਝਾਉਣਾ ਕਰੋ, ਤੇ ਜਿਨ੍ਹਾਂ ਦੇ ਵੱਲੋਂ ਰੋਕਿਆ ਗਿਆ ਹੈ ਉਹ ਵੀ ਦੱਸਣਾ ਕਰੋ। ਕਿਉਂਕਿ ਜਦੋਂ ਅਸੀਂ ਪਾਵਨ ਗੁਰਬਾਣੀ ਨੂੰ ਪੜ੍ਹ ਕੇ ਵੇਖਦੇ ਹਾਂ, ਸੁਹਾਗਣੀ ਕਰਮ ਕਮਾਵਦੀਆ ਸੇਈ ਕਰਮ ਕਰੇ। ਕਿ ਜਿਹੜੇ ਸੁਹਾਗਵੰਤੀਆਂ, ਜਿਹੜੇ ਪਰਮੇਸ਼ਰ ਵਾਹਿਗੁਰੂ ਨੂੰ ਪਤੀ ਸਰੂਪ ਮੰਨ ਕਰਕੇ ਆਪਾਂ ਸਭੇ ਇਸਤਰੀਆਂ ਰੂਪ ਹੋ ਕਰਕੇ ਜੋ ਪਰਮੇਸ਼ਰ ਵਾਹਿਗੁਰੂ ਸਾਡੇ ਤਾਈਂ ਭਗਤੀ ਦਾ ਮਾਰਗ
ਨਾਮ ਸਿਮਰਨ ਦਾ ਮਾਰਗ, ਆਪਣੇ ਜੀਵਨ ਨੂੰ ਧਰਮ ਦੇ ਲੇਖੇ ਲਾਉਣ ਦਾ ਜਿਹੜਾ ਇਹ ਉਪਕਾਰ ਭਰਿਆ ਜੀਵਨ ਹੈ, ਐਸਾ ਜਿਹੜਾ ਜੀਵਨ ਜਿਸ ਨੂੰ ਪਾਵਨ ਗੁਰਬਾਣੀ ਆਖਦੀ ਹੈ, ਬਹੁਤ ਜਨਮ ਵਿਛੜੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ। ਇਹ ਜਿਹੜਾ ਰੀਤੀ ਹੈ, ਇਹ ਜਿਹੜੀ ਆਪਣੇ ਜੀਵਨ ਦੀ ਹੋਂਦ ਨੂੰ ਬਚਾਉਣ ਦਾ ਇੱਕ ਤਰੀਕਾ ਹੈ। ਇਹ ਸਾਨੂੰ ਦੱਸਣਾ ਕਰੋ ਕਿ ਕਿਹੜਾ ਕਰਮ ਕਰਨਾ ਯੋਗ ਹੈ ਤੇ ਕਿਹੜਾ ਨਹੀਂ ਯੋਗ। ਕਿਉਂਕਿ ਜਦੋਂ ਅਸੀਂ ਪਾਵਨ ਗੁਰਬਾਣੀ ਨੂੰ ਪੜ੍ਹ ਕੇ ਸੁਣ ਕੇ ਵੇਖਦੇ ਹਾਂ, ਸਤਿਗੁਰੂ ਜੀ ਨੇ ਪਾਵਨ ਗੁਰਬਾਣੀ ਦੇ ਵਿੱਚ ਬੇਅੰਤ ਜਗ੍ਹਾ ਦੇ ਉੱਪਰ ਜਿਹੜੇ ਕਰਮ ਨੇ ਉਹਨਾਂ ਦਾ ਜ਼ਿਕਰ ਕੀਤਾ ਹੈ। ਇਹ ਜਿਹੜੇ ਕਰਮ ਨੇ ਮੁੱਖ ਰੂਪ ਦੇ ਵਿੱਚ 3 ਪ੍ਰਕਾਰ ਦੇ ਹੁੰਦੇ ਆ। ਇੱਕ ਹੁੰਦੇ ਆ ਸੰਚਿਤ ਕਰਮ। ਸੰਚਿਤ ਕਰਮ ਉਹਨਾਂ ਨੂੰ ਆਖਿਆ ਜਾਂਦਾ ਹੈ ਜਿਹੜੇ ਸਾਡੇ ਜਮ੍ਹਾਂ ਕੀਤੇ ਹੋਏ ਕਰਮ ਨੇ, ਜਿਹੜੇ ਹਜੇ ਜਮ੍ਹਾਂ ਕੀਤੇ ਨੇ, ਜਿਨ੍ਹਾਂ ਦਾ ਅਸੀਂ ਫਲ ਹਜੇ ਆਉਣ ਵਾਲੇ ਸਮੇਂ ਦੇ ਵਿੱਚ ਭੋਗਣਾ ਹੈ। ਇੱਕ ਹੁੰਦੇ ਨੇ ਕਿਰਿਆਮਾਨ ਕਰਮ, ਜਿਹੜੇ ਅਸੀਂ ਭੋਗ ਰਹੇ ਹਾਂ, ਜਿਹੜੇ ਅਸੀਂ ਹੁਣ ਕਰ ਰਹੇ ਹਾਂ, ਜਿਹੜੇ ਅਸੀਂ ਚੱਲ ਰਹੇ ਹਾਂ, ਪਾਪ ਕਰ ਰਹੇ ਹਾਂ, ਪੁੰਨ ਕਰ ਰਹੇ ਹਾਂ, ਅੱਖਾਂ ਦੇ ਰਾਹੀਂ, ਕੰਨਾਂ ਦੇ ਰਾਹੀਂ, ਮੂੰਹ ਦੇ ਰਾਹੀਂ ਜਿਹੜੇ ਅਸੀਂ ਕਰਮ ਕਰ ਰਹੇ ਹਾਂ, ਜਿਨ੍ਹਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਫਿਰ ਸੰਚਿਤ ਕਰਮ ਬਣ ਜਾਣਾ ਹੈ। ਤੇ ਇੱਕ ਹਨ ਜਿਨ੍ਹਾਂ ਨੂੰ ਅਸੀਂ ਹੁਣ ਭੋਗ ਰਹੇ ਹਾਂ, ਜਿਹੜੇ ਪਦਾਰਥ ਅਸੀਂ ਛਕਾ ਰਹੇ ਹਾਂ, ਜਿਹੜਾ ਸੁਖ, ਜਿਹੜਾ ਆਨੰਦ ਅਸੀਂ ਮਾਣ ਰਹੇ ਹਾਂ। ਇਹ 3 ਪ੍ਰਕਾਰ ਦੇ ਕਰਮ ਹਨ ਤੇ ਇਹਨਾਂ ਦਾ ਜ਼ਿਕਰ ਪਾਵਨ ਗੁਰਬਾਣੀ ਦੇ ਅੰਦਰ ਸਾਨੂੰ ਇਸ ਪ੍ਰਕਾਰ ਮਿਲਦਾ ਹੈ ਕਿ ਅਸੀਂ ਇਹਨਾਂ ਕਰਮਾਂ ਦੇ ਅਨੁਸਾਰ ਹੀ, ਇਹਨਾਂ ਕਰਮਾਂ ਦੇ ਕਰਕੇ ਹੀ ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮਿਲੋ ਰਾਮ। ਕਿ ਹੇ ਵਾਹਿਗੁਰੂ ਜੀ, ਅਸੀਂ ਆਪਣੇ ਕੀਤੇ ਹੋਏ ਕਰਮਾਂ ਦੇ ਕਰਕੇ ਹੀ ਤੁਹਾਡੇ ਸਰੂਪ ਦੇ ਨਾਲੋਂ ਵਿਛੜੇ ਹੋਏ ਹਾਂ। ਸਾਡਾ ਜਿਹੜਾ ਹਾਲ ਉਹ ਇਹ ਬਣਿਆ ਹੋਇਆ ਹੈ ਕਿ 4 ਕੁੰਟ ਦਹਿ ਦਿਸ ਭ੍ਰਮੇ, ਥੱਕ ਆਏ ਪ੍ਰਭ ਕੀ ਸਾਮ। ਕਿ ਅਸੀਂ ਸਭੇ ਜਿਹੜੇ ਚਾਰੇ ਦਿਸ਼ਾਵਾਂ ਘੁੰਮ ਫਿਰ ਕੇ ਜੂਨਾਂ ਵਿੱਚ ਭਟਕ ਕਰਕੇ ਆਖਰ ਇਸ ਗੱਲ ਤੇ ਸਿੱਟੇ ਦੇ ਉੱਪਰ ਆਏ ਹਾਂ ਕਿ ਅਸੀਂ ਥੱਕ ਕੇ ਤੁਹਾਡੀ ਸ਼ਰਨ ਵਿੱਚ ਆਏ ਹਾਂ, ਸਾਨੂੰ ਬਖਸ਼ ਲੈਣਾ ਕਰੋ। ਸੋ ਇਸ ਪ੍ਰਕਾਰ ਕਰਮਾਂ ਦੇ ਅਨੁਸਾਰ ਹੀ ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਆਪਣੇ ਕਰਮਾਂ ਦੇ ਕੀਤੇ ਹੋਏ ਫਲਾਂ ਦੇ ਅਨੁਸਾਰ ਹੀ ਮਨੁੱਖ ਪਰਮੇਸ਼ਰ ਵਾਹਿਗੁਰੂ ਦੇ ਨੇੜੇ ਜਾਂਦਾ ਹੈ ਤੇ ਉਹ ਕਰਮਾਂ ਦੇ ਕਰਕੇ ਹੀ ਦੂਰ ਹੁੰਦਾ ਹੈ। ਜਿਹੜੇ ਕਰਮ ਅਸੀਂ ਨਿਸ਼ਕਾਮਤਾ ਦੇ ਸਹਿਤ ਹੋ ਕੇ ਕਰਦੇ ਹਾਂ, ਜਿਸ ਦੇ ਅੰਦਰ ਗੁਰਬਾਣੀ ਪੜ੍ਹਨਾ, ਸੇਵਾ ਸਿਮਰਨ ਕਰਨਾ, ਉਹ ਸਾਨੂੰ ਪਰਮੇਸ਼ਰ ਵਾਹਿਗੁਰੂ ਦੇ ਨਜ਼ਦੀਕ ਲਿਜਾਣ ਵਾਲੇ ਆ। ਤੇ ਜਿਹੜੀਆਂ ਅਰਦਾਸਾਂ, ਜਿਹੜੀ ਬੰਦਗੀ ਅਸੀਂ ਆਪਣੇ ਸਰੀਰ ਨੂੰ ਬਚਾਉਣ ਦੇ ਲਈ, ਆਪਣੇ ਸੰਸਾਰੀ ਜਿਹੜੇ ਕੰਮ ਧੰਦੇ ਕਰਨ ਦੇ ਲਈ ਕਰਦੇ ਹਾਂ, ਉਹ ਵਾਹਿਗੁਰੂ ਤੋਂ ਦੂਰ ਲਿਜਾਣ ਵਾਲੀ ਹੈ। ਸੋ ਇਸ ਪ੍ਰਕਾਰ ਮਨੁੱਖ ਆਪਣੇ ਕਰਮਾਂ ਦੇ ਅਨੁਸਾਰ ਹੀ ਦੂਰ ਤੇ ਨੇੜੇ ਹੁੰਦਾ ਹੈ। ਤੇ ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਦੇ ਅੰਦਰ ਤਾਂ ਇੱਥੋਂ ਤੱਕ ਵੀ ਬਚਨ ਆਏ ਨੇ ਕਿ ਕਰਮ ਧਰਮ ਪਾਖੰਡ ਜੋ ਦਿਸਹਿ, ਤਿਨ ਜਮ ਜਾ ਗਾਤੀ ਲੂਟੈ। ਕਿ ਇਹ ਜਿਹੜੀ ਧਰਮ ਦੀ ਆੜ ਦੇ ਵਿੱਚ ਅਸੀਂ ਝੂਠੇ ਜਿਹੜੇ ਬਾਹਰੀ ਕੁਝ ਹੋਰ ਰੂਪ ਧਾਰ ਕੇ, ਅੰਦਰੋਂ ਕੁਝ ਹੋਰ ਰੂਪ ਧਾਰ ਕੇ ਕਰਦੇ ਹਾਂ, ਐਸੇ ਜਿਹੜੇ ਧਰਮ ਦੇ ਕਰਮ ਨੇ, ਉਹਨਾਂ ਦਾ ਕੋਈ ਬਹੁਤਾ ਫਲਾਦੇਸ਼ ਨਹੀਂ ਹੈ, ਉਹਨਾਂ ਦਾ ਕੋਈ ਬਹੁਤਾ ਲਾਭ ਨਹੀਂ ਹੈ। ਉਹਨਾਂ ਦਾ ਆਖਰ ਸਿੱਟਾ ਕੀ ਨਿਕਲਣਾ ਹੈ? ਤਿੰਨ ਜਮ ਜਾ ਗਾਤੀ ਲੁੱਟੈ। ਜਿਹੜੇ ਜਮਦੂਤ ਨੇ ਉਹਨਾਂ ਨੇ ਰਸਤੇ ਦੇ ਵਿੱਚ ਲੁੱਟ ਲੈਣਾ ਹੈ। ਤੇ ਫਿਰ ਜੋਗ ਕਰਮ ਕਿਹੜਾ ਹੈ? ਗੁਰਬਾਣੀ ਦੇ ਅਨੁਸਾਰ ਨਿਰਬਾਣ ਕੀਰਤਨ ਗਾਵੋ ਕਰਤੇ ਕਾ, ਨਿਮਖ ਸਿਮਰਤ ਜਿਤ ਛੂਟੈ। ਉਹ ਜਿਹੜਾ ਨਿਰਬਾਣ ਬੰਧਨਾਂ ਤੋਂ ਰਹਿਤ ਕਰਨ ਵਾਲਾ ਜਿਹੜਾ ਵਾਹਿਗੁਰੂ ਦਾ ਕੀਰਤਨ ਹੈ,
ਵਾਹਿਗੁਰੂ ਦੀ ਜਿਹੜੀ ਕੀਰਤੀ ਹੈ, ਉਸਤਤ ਹੈ, ਬੰਦਗੀ ਹੈ, ਉਸ ਨੂੰ ਆਪਣੇ ਮੁਖਾਰ ਬਿੰਦ ਤੋਂ ਗਾਉਣਾ ਕਰੋ। ਜਿਸ ਨੂੰ ਜੇ ਉਹ ਨਿਮਖ ਵੀ ਐਸਾ ਆ ਜਾਵੇ ਜਦੋਂ ਬਿਰਤੀ ਪਰਮੇਸ਼ਰ ਵਾਹਿਗੁਰੂ ਦੇ ਸਰੂਪ ਵਿੱਚ ਜੁੜ ਜਾਵੇ, ਐਸਾ ਇੱਕ ਨਿਮਖ ਵੀ ਸਿਮਰਿਆ ਹੋਇਆ ਸਾਡੇ ਜੀਵਨ ਨੂੰ ਬੰਧਨਾਂ ਤੋਂ ਛੁਟਾ ਦੇਵੇਗਾ। ਸੋ ਇਸ ਪ੍ਰਕਾਰ ਜੋਗ ਕਰਮ ਗੁਰਬਾਣੀ ਦੇ ਵਿੱਚ ਇੱਕ ਇਹ ਵੀ ਆਇਆ ਹੈ, ਗੁਰ ਕਹਿਆ ਗੁਰਬਾਣੀ ਗਾਵਹਿ ਭਾਈ, ਉਹ ਸਫਲ ਸਦਾ ਸੁਖਦਾਈ। ਇਹ ਜੋਗ ਕਰਮਾਂ ਦੇ ਵਿੱਚੋਂ ਆਉਂਦੇ ਆ। ਸੋ ਕਹਿਣ ਤੋਂ ਭਾਵ ਇਹ ਹੈ ਕਿ ਭਾਈ ਨੰਦ ਲਾਲ ਸਾਹਿਬ ਜੀ ਨੇ ਇਹ ਬੇਨਤੀ ਸਤਿਗੁਰਾਂ ਨੂੰ ਕੀਤੀ ਹੈ ਇੱਥੇ ਕਿ ਸਤਿਗੁਰੂ ਜੀ ਮੇਰੇ ਤਾਈਂ ਇਹ ਦੱਸਣਾ ਕਰੋ ਕਿ ਗੁਰਸਿੱਖਾਂ ਦੇ ਲਈ, ਖਾਲਸੇ ਦੇ ਲਈ ਕਿਹੜਾ ਕਰਮ ਕਰਨਾ ਯੋਗ ਹੈ ਤੇ ਕਿਹੜੇ ਐਸੇ ਕਰਮ ਨੇ ਜਿਹੜੇ ਗੁਰਸਿੱਖਾਂ ਨੂੰ ਸ਼ੋਭਾ ਨਹੀਂ ਦਿੰਦੇ। ਉਹ ਮੇਰੇ ਤਾਈਂ ਜਿਹੜੇ ਕਰਮ ਹਨ ਉਹਨਾਂ ਨੂੰ ਦੱਸਣਾ ਕਰੋ। ਸ੍ਰੀ ਗੁਰੂ ਵਾਚ ਦੋਹਰਾ। ਅੱਗੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਹੜੇ ਜਵਾਬ ਰੂਪ ਦੇ ਵਿੱਚ ਬਚਨ ਉਚਾਰੇ, ਭਾਈ ਨੰਦ ਲਾਲ ਸਾਹਿਬ ਜੀ ਨੇ ਲਿਖਣਾ ਕੀਤੇ, ਉਹ ਬਚਨ ਪ੍ਰਾਰੰਭ ਹੋ ਰਹੇ ਆ। ਸ੍ਰੀ ਗੁਰੂ ਵਾਚ। ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸੋਭਾ ਵਾਲੇ ਸ਼੍ਰੋਮਣੀ ਗੁਰੂ, ਉਹ ਇਹ ਪਾਵਨ ਬਚਨ ਉਚਾਰਨ ਕਰ ਰਹੇ ਹਨ। ਨੰਦ ਲਾਲ ਤੁਮ ਬਚਨ ਸੁਣ। ਸਤਿਗੁਰੂ ਜੀ ਆਖਣ ਲੱਗੇ ਕਿ ਭਾਈ ਨੰਦ ਲਾਲ ਜੀ, ਤੁਸੀਂ ਇਹ ਜਿਹੜੇ ਜਵਾਬ ਰੂਪ ਦੇ ਵਿੱਚ ਬਚਨ ਹਨ ਉਹਨਾਂ ਨੂੰ ਸੁਣਨਾ ਕਰੋ। ਸਿੱਖ ਕਰਮ ਹੈ ਇਹ। ਗੁਰਸਿੱਖਾਂ ਦੇ ਲਈ ਕਿਹੜੇ ਕਿਹੜੇ ਕਰਮ ਹਨ ਉਹ ਅਸੀਂ ਦੱਸਣਾ ਕਰਦੇ ਹਾਂ। ਇਸ ਤੋਂ ਪਹਿਲਾਂ ਸਾਨੂੰ ਇਹ ਸਮਝ ਲੈਣਾ ਬਹੁਤ ਜ਼ਰੂਰੀ ਹੈ ਕਿ ਇਹ ਜਿਹੜਾ ਵਾਹਿਗੁਰੂ ਦਾ ਬਖਸ਼ਿਆ ਹੋਇਆ ਖਾਲਸਾ ਹੈ, ਜਿਸ ਦੀ ਸ਼ੁਰੂਆਤ ਸਿੱਖ ਤੋਂ ਹੁੰਦੀ ਹੈ। ਸਿੱਖ ਦਾ ਜਦੋਂ ਅਸੀਂ ਬਾਹਰੀ ਤੌਰ 'ਤੇ ਅਰਥ ਕਰਦੇ ਹਾਂ ਤੇ ਸਿੱਧਾ ਮੋਟਾ ਜਿਹਾ ਅਰਥ ਬਣਦਾ ਹੈ ਸਿੱਖਿਆ ਲੈਣ ਵਾਲਾ, ਸਿੱਖਣ ਵਾਲਾ, ਜਿਸ ਨੂੰ ਅਸੀਂ ਸੰਸਕ੍ਰਿਤ ਦੇ ਵਿੱਚ ਸ਼ਿਸ਼ਯ ਆਖਦੇ ਹਾਂ। ਇਸ ਦਾ ਜ਼ਿਕਰ ਪਾਲੀ ਭਾਸ਼ਾ ਦੇ ਗ੍ਰੰਥਾਂ ਦੇ ਵਿੱਚ ਵੀ ਮਿਲਦਾ ਹੈ। ਸੋ ਇਸ ਪ੍ਰਕਾਰ ਅਧਿਆਤਮ ਪ੍ਰਕਾਸ਼ ਦੇ ਅੰਦਰ ਵੀ ਐਸੇ ਬਚਨ ਆਉਂਦੇ ਨੇ, ਅਧਿਕਾਰੀ ਜਗਿਆਸ ਅਰ ਸਿੱਖ ਕਹਾਵੈ ਸੋਏ, ਤਪ ਸਾਬਨ ਕਰ ਦੇਹ ਕੇ ਪਾਤਕ ਡਾਰੈ ਧੋਏ। ਕਿ ਅਸਲ ਦੇ ਵਿੱਚ ਇਹ ਸਿੱਖ ਨਹੀਂ ਜਿਹੜਾ ਆਪਾਂ ਅੱਜ ਸਮਝਿਆ ਹੋਇਆ ਕਿ ਬਾਹਰੀ ਲਿਬਾਸ ਪਾ ਕਰਕੇ ਜਾਂ ਕੇਸ ਵੀ ਕਟਾ ਕਰਕੇ ਫਿਰ ਵੀ ਇਹ ਆਖੀ ਜਾਣਾ ਕਿ ਅਸੀਂ ਗੁਰੂ ਕੇ ਸਿੱਖ ਹਾਂ। ਅਸਲ ਦੇ ਅੰਦਰ ਸਿੱਖ ਹੋਣਾ ਇੱਕ ਰੱਬ ਬਣਨ ਦੇ ਬਰਾਬਰ ਹੈ। ਸਮਝ ਲੈਣਾ ਕਰੋ ਕਿ ਜਦੋਂ ਅਸੀਂ ਸਿੱਖ ਬਣ ਜਾਵਾਂਗੇ, ਸਾਡੇ ਨਾਲ ਜਿੰਨੀਆਂ ਵੀ ਭਗਤੀ ਦੀਆਂ, ਜਿੰਨੀਆਂ ਵੀ ਗੁਰਮਤਿ ਦੀਆਂ ਜਿਹੜੀਆਂ ਪਦਵੀਆਂ ਹਨ ਉਹ ਜੁੜ ਜਾਣਗੀਆਂ। ਸੋ ਇਸ ਪ੍ਰਕਾਰ ਗੁਰਬਾਣੀ ਦੇ ਅਨੁਸਾਰ ਸਿੱਖ ਕੌਣ ਹੈ? ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉਠ ਹਰ ਨਾਮ ਧਿਆਵੈ। ਇਹ ਜਿਹੜਾ ਕਰਮ ਕਰਦਾ ਹੈ ਉਹ ਅਸਲ ਦੇ ਵਿੱਚ ਸਿੱਖ ਹੈ। ਡਾਕਟਰ ਭਾਈ ਵੀਰ ਸਿੰਘ ਜੀ ਨੇ ਇੱਕ ਬੜੇ ਪਿਆਰੇ ਬਚਨ ਲਿਖੇ ਨੇ। ਉਹਨਾਂ ਨੇ ਲਿਖਣਾ ਕੀਤਾ ਹੈ ਕਿ ਜਦੋਂ ਕਈ ਵਾਰ ਸਾਡਾ ਮਨ ਵਾਹਿਗੁਰੂ ਦੀ ਬੰਦਗੀ ਦੇ ਵਿੱਚ ਜੁੜਨ ਦੇ ਲਈ ਕਰਦਾ ਹੈ ਤੇ ਉੱਥੇ ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਕੋਈ 1 ਘੰਟਾ 2 ਘੰਟੇ ਜਾਂ 2.5 ਘੰਟੇ ਲਗਾਤਾਰ ਬੈਠੀਏ। ਸਾਡਾ ਜਿਹੜਾ ਮਨ ਹੈ ਇਸ ਨੂੰ ਅਸੀਂ ਬੜੇ ਤਰੀਕਿਆਂ ਦੇ ਨਾਲ ਕਾਬੂ ਕਰਨਾ ਹੈ। ਉਹ ਕਿਵੇਂ? ਉਹਨਾਂ ਨੇ ਦੱਸਿਆ ਹੈ ਕਿ ਤੁਸੀਂ 5 ਮਿੰਟ ਘੜੀ ਤੇ ਸਮਾਂ ਵੇਖ ਕੇ ਜਿਹੜਾ ਸਿਮਰਨ ਕਰਨਾ ਸ਼ੁਰੂ ਕਰੋ। 5 ਮਿੰਟ ਕਰਦਿਆਂ ਕਰਦਿਆਂ ਜਦੋਂ ਤੁਹਾਡਾ ਸਿਮਰਨ ਵਧਣਾ ਸ਼ੁਰੂ ਹੋਵੇਗਾ, ਤੁਹਾਨੂੰ ਆਨੰਦ ਤੇ ਰਸ ਦੀ ਪ੍ਰਾਪਤੀ ਹੋਵੇਗੀ, ਮਨ ਜੁੜਨਾ ਸ਼ੁਰੂ ਹੋਵੇਗਾ। ਫਿਰ ਤੁਹਾਡਾ ਜਿਹੜਾ ਸਮਾਂ ਹੈ ਆਪਣੇ ਆਪ ਵਧਣਾ ਸ਼ੁਰੂ ਹੋ ਜਾਵੇਗਾ। ਸੋ ਐਸੀ ਕਰਨੀ ਦਾ ਜਿਹੜਾ ਮਾਲਕ ਹੈ ਉਸ ਨੂੰ ਸਤਿਗੁਰਾਂ ਨੇ ਸਿੱਖ ਦਾ ਜਿਹੜਾ ਦਰਜਾ ਹੈ ਉਹ ਦੇਣਾ ਕੀਤਾ ਹੈ। ਸੋ ਸਤਿਗੁਰੂ ਜੀ ਅੱਗੇ ਪਾਵਨ ਬਚਨ ਉਚਾਰਦੇ ਨੇ
ਕਿ ਕਿਹੜੇ ਕਰਮ ਗੁਰਸਿੱਖਾਂ ਦੇ ਲਈ ਯੋਗ ਹਨ, ਉਹਨਾਂ ਨੂੰ ਦੱਸਣਾ ਕਰਦੇ ਹਨ। ਨਾਮ ਦਾਨ ਇਸਨਾਨ ਬਿਨ। ਸਤਿਗੁਰੂ ਜੀ ਆਖਦੇ ਹਨ ਕਿ ਜਿਹੜਾ ਅਸਲੀ ਸੱਚਾ ਸੁੱਚਾ ਸਿੱਖ ਹੈ, ਉਸ ਦਾ ਕਰਮ ਇਹ ਬਣਦਾ ਹੈ, 3 ਚੀਜ਼ਾਂ ਨੇ, ਇੱਕ ਨਾਮ, ਇੱਕ ਦਾਨ, ਇੱਕ ਇਸ਼ਨਾਨ। ਆਪਾਂ ਅੱਜ ਇੱਕ ਦਾ ਹੀ ਜ਼ਿਕਰ ਕਰਨਾ ਹੈ। ਉਹ ਕੀ ਹੈ? ਉਹ ਹੈ ਨਾਮ। ਨਾਮ ਦੀ ਜਿਹੜੀ ਪਰਿਭਾਸ਼ਾ ਹੈ, ਇੱਕ ਵਾਰ ਕਿਸੇ ਨੇ ਸੰਤ ਬਾਬਾ ਅਤਰ ਸਿੰਘ ਜੀ ਮਹਾਂਪੁਰਖ ਮਸਤੂਆਣਾ ਸਾਹਿਬ ਵਾਲਿਆਂ ਨੂੰ ਆਖਿਆ ਕਿ ਤੁਹਾਡਾ ਹੁਣ ਕੀਰਤਨ ਕਰਨ ਦਾ ਵਿਚਾਰ ਸੁਣਾਉਣ ਦਾ ਸਮਾਂ ਹੈ, ਤੁਸੀਂ ਅੱਜ ਦੀਵਾਨ ਦੇ ਵਿੱਚ ਨਾਮ ਦੀ ਵਿਆਖਿਆ ਕਰਿਓ। ਸਤਿਪੁਰਸ਼ਾਂ ਨੇ ਦੀਵਾਨ ਦੀ ਪ੍ਰਾਰੰਭਤਾ ਕੀਤੀ ਤੇ ਬੇਨਤੀ ਕੀਤੀ ਕਿ ਇਹ ਜਿਹੜਾ ਨਾਮ ਹੈ, ਇਸ ਦੇ ਨਾਮ ਨੂੰ ਜਪਿਆ ਜਾ ਸਕਦਾ ਹੈ, ਇਸ ਦੇ ਆਨੰਦ ਨੂੰ ਮਾਣਿਆ ਜਾ ਸਕਦਾ ਹੈ, ਇਸ ਨਾਮ ਦੀ ਜਿਹੜੀ ਵਿਆਖਿਆ ਹੈ ਉਹ ਕੀਤੀ ਨਹੀਂ ਜਾ ਸਕਦੀ। ਜਦੋਂ ਅਸੀਂ ਸ੍ਰੀ ਸਰਬ ਲੋਹ ਪਾਵਨ ਬਾਣੀ ਨੂੰ ਪੜ੍ਹ ਕੇ ਵੇਖਦੇ ਹਾਂ, ਉਸ ਵਿੱਚ ਇਸ ਤਰ੍ਹਾਂ ਦੇ ਵੀ ਬਚਨ ਆਏ ਨੇ। ਇੱਕ ਜਗ੍ਹਾ ਜ਼ਿਕਰ ਆਉਂਦਾ ਹੈ ਕਿ ਇਹ ਜਿਹੜਾ ਪਰਮੇਸ਼ਰ ਦਾ ਨਾਮ ਇਹ ਵੱਡਾ ਹੈ ਜਾਂ ਪਰਮੇਸ਼ਰ ਵੱਡਾ ਹੈ। ਸਤਿਗੁਰਾਂ ਨੇ ਉੱਥੇ ਪਾਵਨ ਬਚਨ ਇਹ ਅੰਕਿਤ ਕੀਤੇ ਨੇ ਕਿ ਪਰਮੇਸ਼ਰ ਦੇ ਨਾਲੋਂ ਵੀ ਜਿਹੜਾ ਨਾਮ ਹੈ ਉਹ ਵੱਡਾ ਹੈ। ਉਹ ਕਿਵੇਂ? ਆਪਾਂ ਸੰਸਾਰੀ ਉਦਾਹਰਨ ਦੇ ਨਾਲ ਵੀ ਸਮਝ ਲੈਂਦੇ ਹਾਂ ਕਿ ਜਦੋਂ ਅਸੀਂ ਕਿਸੇ ਜਗ੍ਹਾ ਕਿਸੇ ਮਨੁੱਖ ਨੂੰ ਮਿਲਣ ਜਾਣਾ ਹੋਵੇ ਤੇ ਜਿੰਨਾ ਚਿਰ ਉਸ ਮਨੁੱਖ ਦਾ ਸਾਨੂੰ ਨਾਮ ਨਾ ਪਤਾ ਹੋਵੇ, ਉਸ ਦੇ ਪਿਤਾ ਦਾ ਨਾਮ ਨਾ ਪਤਾ ਹੋਵੇ, ਅਸੀਂ ਉਸ ਮਨੁੱਖ ਨੂੰ ਲੱਭ ਨਹੀਂ ਸਕਦੇ, ਮਿਲ ਨਹੀਂ ਸਕਦੇ। ਸੋ ਇਸ ਪ੍ਰਕਾਰ ਪਰਮੇਸ਼ਰ ਵਾਹਿਗੁਰੂ ਦਾ ਜਿਹੜਾ ਨਾਮ ਹੈ ਉਹ ਪਰਮੇਸ਼ਰ ਤੋਂ ਵੀ ਵੱਡਾ ਹੈ, ਕਿਉਂਕਿ ਪਰਮੇਸ਼ਰ ਦੇ ਨਾਮ ਦੇ ਕਰਕੇ ਹੀ ਪਰਮੇਸ਼ਰ ਦੀ ਬਾਬਤ ਪਤਾ ਲੱਗਦਾ ਹੈ। ਜਦੋਂ ਅਸੀਂ ਵਾਹਿਗੁਰੂ ਸ਼ਬਦ ਬੋਲਦੇ ਹਾਂ, ਜਦੋਂ ਅਸੀਂ ਰਾਮ ਸ਼ਬਦ ਬੋਲਦੇ ਹਾਂ, ਗੋਬਿੰਦ ਬੋਲਦੇ ਹਾਂ, ਗੋਪਾਲ ਬੋਲਦੇ ਹਾਂ, ਉਸ ਵੇਲੇ ਸਾਨੂੰ ਪਰਮੇਸ਼ਰ ਦੀ ਯਾਦ ਆਉਂਦੀ ਹੈ। ਸਾਡਾ ਜਿਹੜਾ ਬਦੋ ਬਦੀ ਜਿਹੜਾ ਧਿਆਨ ਹੈ ਉਹ ਪਰਮੇਸ਼ਰ ਦੇ ਵੱਲ ਜਾਂਦਾ ਹੈ। ਸੋ ਇਸ ਲਈ ਜਿਹੜਾ ਨਾਮ ਹੈ ਇਹ ਪਰਮੇਸ਼ਰ ਦੇ ਨਾਲੋਂ ਵੀ ਵੱਡਾ ਹੈ। ਤੇ ਨਾਮ ਜਪਣ ਦੀਆਂ ਜਿਹੜੀਆਂ ਵਿਧੀਆਂ ਦਾ ਜ਼ਿਕਰ ਹੈ ਉਹ ਆਪਾਂ ਪਿਛਲੀਆਂ ਕਥਾਵਾਂ ਦੇ ਵਿੱਚ ਵੀ ਕੀਤਾ ਹੈ। ਇੱਥੇ ਆਪਾਂ ਸੂਖਸ਼ਮ ਰੂਪ ਦੇ ਅੰਦਰ ਇੱਕ ਵਿਧੀ ਦਾ ਜ਼ਰੂਰ ਜ਼ਿਕਰ ਕਰਦੇ ਹਾਂ। ਉਹ ਵਿਧੀ ਕਿਹੜੀ ਹੈ? ਉਹ ਹੈ ਕਿ ਬਿਨਾਂ ਬੋਲਿਆਂ ਨਾਮ ਜਪਣਾ। ਉਸ ਵੇਲੇ ਕਰਨਾ ਕੀ ਹੈ? ਇੱਕ ਵਿਧੀ ਤਾਂ ਸੁਖੈਨ ਸਤਿਗੁਰਾਂ ਨੇ ਪਾਵਨ ਗੁਰਬਾਣੀ ਵਿੱਚ ਇਹ ਲਿਖੀ ਹੈ ਕਿ ਊਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਇਸ ਦੇ ਨਾਲ ਜਦੋਂ ਨਾਮ ਜਪਦਿਆਂ ਹੋਇਆਂ ਅਵਸਥਾ ਜਿਹੜੀ ਹੈ ਉਹ ਗੂੜੀ ਹੁੰਦੀ ਹੈ, ਅਵਸਥਾ ਜਦੋਂ ਹੋਰ ਪ੍ਰਬਲ ਹੁੰਦੀ ਹੈ, ਉਸ ਵੇਲੇ ਦ੍ਰਿੜਤਾ ਦੇ ਸਹਿਤ ਇਸ ਵਿਧੀ ਦਾ ਜਿਹੜਾ ਪ੍ਰਯੋਗ ਹੈ ਉਹ ਕੀਤਾ ਜਾ ਸਕਦਾ ਹੈ। ਉਹ ਕਿਹੜੀ ਹੈ ਕਿ ਆਪਣੇ ਜਿਹੜੇ ਚੱਲਦੇ ਹੋਏ ਸਾਹ ਨੇ, ਨਾ ਅਸੀਂ ਮਨ ਦੇ ਵਿੱਚ ਨਾਮ ਜਪਣਾ ਹੈ ਤੇ ਨਾ ਹੀ ਅਸੀਂ ਬੋਲ ਕੇ ਨਾਮ ਜਪਣਾ ਹੈ। ਅਸੀਂ ਇਹ ਖਿਆਲ ਕਰਨਾ ਹੈ ਕਿ ਸਾਡਾ ਸਾਹ ਕਦੋਂ ਆਉਂਦਾ ਤੇ ਕਦੋਂ ਜਾਂਦਾ ਹੈ। ਇਹ ਖਿਆਲ ਰੱਖਣ ਦੇ ਨਾਲ ਹੀ ਵਾਹਿਗੁਰੂ ਦਾ ਜਿਹੜਾ ਉਚਾਰਨ ਹੈ ਉਹ ਆਪਣੇ ਆਪ ਹੋ ਜਾਣਾ ਹੈ। ਬਸ ਆਪਾਂ ਆਪਣਾ ਜਿਹੜਾ ਧਿਆਨ ਹੈ, ਆਪਣਾ ਜਿਹੜਾ ਖਿਆਲ ਹੈ, ਉਹ ਸਾਹ ਆਉਂਦੇ ਤੇ ਜਾਂਦੇ ਦੀ ਜਿਹੜੀ ਪ੍ਰਕਿਰਿਆ ਹੈ ਉਸ ਦੇ ਵੱਲ ਰੱਖਣਾ ਹੈ। ਸਤਿਗੁਰਾਂ ਦੀ ਪਾਵਨ ਗੁਰਬਾਣੀ ਦੇ ਅੰਦਰ ਸਾਨੂੰ ਵਾਕ ਮਿਲਦੇ ਨੇ ਕਿ ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕੰਮ। ਹੋਰ ਜਿਹੜੇ ਧਰਮ ਦੇ ਕਾਰ ਵਿਹਾਰ ਨੇ ਉਹ ਸਾਡੇ ਕੁਝ ਸਰੀਰ ਦੀਆਂ ਲੋੜਾਂ ਨੇ, ਕੋਈ ਸਰੀਰ ਦੀ ਤੰਦਰੁਸਤੀ ਦੇ ਲਈ ਹਨ, ਕੋਈ ਸਾਡੇ ਸਰੀਰ ਦੀਆਂ ਲੋੜਾਂ ਦੀ ਪੂਰਤੀ ਲਈ ਹਨ। ਪਰ ਅਸਲ ਦੇ ਵਿੱਚ
ਇਹ ਸਿਧਾਂਤ ਹੈ ਗੁਰਮਤਿ ਦਾ ਕਿ ਨਾਨਕ ਕੈ ਘਰ ਕੇਵਲ ਨਾਮ। ਇੱਥੇ ਬਾਕੀ ਜਿਹੜੀਆਂ ਚੀਜ਼ਾਂ ਨੇ, ਵਿਦਿਆਵਾਂ ਨੂੰ, ਹੋਰ ਜਿਹੜੇ ਧਰਮ ਦੇ ਕਰਮ ਹਨ, ਉਹਨਾਂ ਨੂੰ ਇਸ ਤੋਂ ਨੀਵੇਂ ਥਾਂ ਮਿਲੇ ਨੇ। ਪਰ ਸਭ ਤੋਂ ਉੱਤਮ ਜੇ ਕੋਈ ਚੀਜ਼ ਹੈ ਤਾਂ ਉਹ ਨਾਮ ਹੈ, ਕਿਉਂਕਿ ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰੰਤੇ, ਤਿਨ ਕੇ ਕਾਜ ਸਵਾਰਤਾ। ਜਿਨ ਜਿਨ ਨਾਮ ਧਿਆਇਆ, ਤਿਨ ਕੇ ਕਾਜ ਸਰੇ। ਉਹ ਕੋਈ ਵੀ ਨਾਮ ਜਪਣ ਵਾਲਾ ਹੋਵੇ, ਅਨਪੜ੍ਹ ਹੋਵੇ, ਪੜ੍ਹਿਆ ਲਿਖਿਆ ਹੋਵੇ, ਸਭਨਾਂ ਦੇ ਵਾਹਿਗੁਰੂ ਕਾਰਜ ਸਵਾਰਨ ਵਾਲਾ ਹੈ, ਕਿਉਂਕਿ ਉਹ ਵਾਹਿਗੁਰੂ ਦਾ ਬਿਰਦ ਹੀ ਐਸਾ ਹੈ, ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹੋ ਬਿਰਦ ਸੁਆਮੀ ਸੰਦਾ। ਇਹ ਵਾਹਿਗੁਰੂ ਮਾਲਕ ਦਾ ਸੁਭਾਅ ਹੈ, ਉਹ ਕਿਸੇ ਨੂੰ ਦੁਰਕਾਰਦਾ ਨਹੀਂ ਹੈ, ਕਿਸੇ ਨੂੰ ਫਿਟਕਾਰਦਾ ਨਹੀਂ ਹੈ। ਸੋ ਐਸੇ ਵਾਹਿਗੁਰੂ ਦਾ ਜਿਹੜਾ ਨਾਮ ਹੈ, ਅਸੀਂ ਆਪ ਵੀ ਜਪਣਾ ਸ਼ੁਰੂ ਕਰੀਏ, ਆਪਣੇ ਪਰਿਵਾਰ ਦੇ ਵਿੱਚ ਬੈਠ ਕਰਕੇ ਬੱਚਿਆਂ ਨੂੰ ਪੜ੍ਹਾਉਣਾ ਕਰੀਏ, ਜਪਾਉਣਾ ਕਰੀਏ, ਜਿਸ ਦੇ ਨਾਲ ਸਾਡਾ ਲੋਕ ਸੁਖੀਆ ਪਰਲੋਕ ਸੁਹੇਲਾ ਹੋਵੇਗਾ। ਅੱਗੇ ਦੀ ਜਿਹੜੀ ਕਥਾ ਹੈ ਉਹ ਕੱਲ੍ਹ ਦੇ ਦਿਨ ਸਾਂਝੀ ਕੀਤੀ ਜਾਵੇਗੀ। ਹੁਣ ਇੱਥੇ ਹੀ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰਨਾ ਕਰੀਏ ਜੀ। ਨੰਦ ਲਾਲ ਤੁਮ ਬਚਨ ਸੁਨ, ਸਿੱਖ ਕਰਮ ਹੈ ਇਹ, ਨਾਮ ਦਾਨ ਇਸਨਾਨ ਬਿਨ, ਕਰੈ ਨਾ ਅਨ ਸਿਉ ਨੇਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।